महानायक बने हुए सीगे किसान मोर्चे दे, वो एकदम खलनायक हो गए। ਬਈ ਇਹ ਜਿਹੜੀਆਂ ਐਜੀਟੇਸ਼ਨਸ ਹੁੰਦੀਆਂ ਨਾ, ਅੰਦੋਲਨ ਹੁੰਦੇ ਆ, ਇਹਨਾਂ 'ਚ ਜਿਹੜੀ ਪੋਜੀਸ਼ਨ ਆ ਬੜੀ ਛੇਤੀ ਬਦਲਦੀ ਆ। ਔਰ ਸਪੈਸ਼ਲੀ ਅੱਜ ਦੇ ਯੁੱਗ 'ਚ ਇਨਫੋਰਮੇਸ਼ਨ ਦਾ ਯੁੱਗ ਆ। ਜਿਸ ਤਰ੍ਹਾਂ ਲੋਕਾਂ ਨੂੰ ਲੋਕ ਬਿਹੇਵ ਕਰਦੇ ਆ, ਜਿਸ ਤਰ੍ਹਾਂ ਲੋਕਾਂ 'ਚ ਨੈਰੇਟਿਵ ਥਰੋ ਕੀਤਾ ਜਾਂਦਾ। ਪੁਰਾਣੇ ਸਮੇਂ 'ਚ ਤਾਂ ਅਖਬਾਰ ਹੁੰਦੇ ਸੀ, ਵੱਧ ਤੋਂ ਵੱਧ ਦੂਰਦਰਸ਼ਨ ਹੁੰਦਾ ਸੀ। ਅੱਜ ਦਾ ਨੈਰੇਟਿਵ ਜਿਹੜਾ ਥਰੋ ਕੀਤਾ ਜਾਂਦਾ ਉਹ ਇਮੀਡੀਏਟਲੀ ਹੋ ਜਾਂਦਾ, ਔਰ ਲੋਕਾਂ ਦਾ ਮਾਨਸਿਕਤਾ ਨੂੰ ਫੜ ਕੇ ਉਹਨੂੰ ਐਂ ਬਦਲ ਦਿੱਤਾ ਜਾਂਦਾ, ਕਿਉਂਕਿ ਲੋਕ ਇੰਨੇ ਜ਼ਿਆਦਾ ਰੈਸ਼ਨਲ ਥਿੰਕਿੰਗ ਨਾਲ ਨਹੀਂ ਸੋਚਦੇ, ਹੈ ਨਾ। ਉਹਨਾਂ ਨੇ ਤਾਂ ਗੱਲ ਸੁਣਨੀ ਹੁੰਦੀ ਹੈ ਤੇ ਬਿਲੀਵ ਕਰਨਾ ਹੁੰਦਾ। नहीं पर जनता तो बहुत ज़्यादा तुहाडे नाल सीगी, तुहाडे मगर सी। कहा तो यह गया कि यूथ तो सारा दीप सिद्धू करके आया, जिन्होंने लाल किले दे विच इस तरह का माहौल क्रिएट किया। कोई माहौल गलत नहीं क्रिएट किया सी, आपां कोई वायलेंस नहीं की। मेरे हुंदे तो कोई वायलेंस भी नहीं हुई उत्थे, है ना। मैं 2 वजे पहुंचिया तो 2:45 ताईं उत्थे सीगा, कोई वायलेंस नहीं, कुछ नहीं होया। और बड़ा रिस्पोंसिबल बिहेवियर ਅਸੀਂ ਸਿੰਬੋਲਿਕਲੀ ਇਹ ਦਰਜ ਜ਼ਰੂਰ ਕਰਾਇਆ ਵੀ ਸਾਡੀ ਐਜੀਟੇਸ਼ਨ ਆ, ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ, ਸਾਡੀਆਂ ਗੱਲਾਂ ਸੁਣੀਆਂ ਜਾਣ। ਤੇ ਸਾਨੂੰ ਵੈਸੇ ਵੀ ਜੇ ਆਪਾਂ ਕਹੀਏ ਤਾਂ 10ਵੇਂ ਪਾਤਸ਼ਾਹ ਨੇ ਇਹ ਸਿਖਾਇਆ ਗਿਆ ਵੀ ਹਮ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਹੈ ਨਾ। ਅਸੀਂ ਕਿਸੇ ਚੀਜ਼ ਦਾ ਨਰਾਦਰ ਨਹੀਂ ਕੀਤਾ, ਨਾ ਹੀ ਅਸੀਂ ਨਰਾਦਰ ਕਰਨ ਗਏ ਸੀ, ਨਾ ਕਿਸੇ ਨੂੰ ਅਸੀਂ ਉਹ ਨੀਵਾਂ ਦਿਖਾਉਣ ਗਏ ਸੀ। ਅਸੀਂ ਤਾਂ ਉਹਦਾ ਪ੍ਰੋਟੈਸਟ ਇੱਕ ਸਿੰਬੋਲਿਕਲੀ ਦਰਜ ਕਰਾਉਣ ਗਏ ਸੀ, ਔਰ ਉਹੀ ਕੀਤਾ। ਕਿਸਾਨਾਂ ਨੇ ਤਾਂ ਪੁਲਿਸ ਨਾਲ ਪਹਿਲਾਂ ਮੀਟਿੰਗ ਕਰ ਲਈ ਸੀ ਕਿ 500 ਟਰੈਕਟਰ ਜਾਣਗੇ, ਇੱਕ ਰੂਟ ਪਲਾਨ ਕੀਤਾ ਗਿਆ ਸੀ, ਪਰ ਬਹੁਤ ਜ਼ਿਆਦਾ ਲੋਕ ਜਿਹੜੇ ਹੈ ਉਹ ਲਾਲ ਕਿਲੇ ਦੇ ਵਿੱਚ ਪਹੁੰਚ ਗਏ। ਉੱਥੇ ਤੁਸੀਂ ਮੌਜੂਦ ਸੀ, ਤੁਹਾਡਾ ਲਾਈਵ ਹੋਇਆ ਇੱਕ? ਨਹੀਂ, ਮੇਰਾ ਲਾਈਵ ਹੋਇਆ, ਪਰ ਉਦੋਂ ਪਹਿਲਾਂ ਤੁਸੀਂ ਇਹ ਦੇਖੋ, ਇਹ ਵੀ ਸਾਡੇ ਮਨਜੀਤ ਰਾਏ ਆ ਤੇ ਪੰਧੇਰ ਸਾਹਿਬ ਆ, ਇਹਨਾਂ ਨੇ ਕਾਲ ਦਿੱਤੀ ਸਪੈਸ਼ਲੀ, ਔਰ ਇਹ ਰਿਸਪੌਂਸਿਬਲ ਲੀਡਰਸ ਆ ਸਾਡੇ ਮੋਰਚੇ ਦੇ। ਉੱਥੇ ਲੋਕਾਂ 'ਚ ਤੇ ਮੈਨੂੰ ਲੱਗਦਾ 12 ਵਜੇ ਇਹ ਲੋਕਾਂ 'ਚ ਆਪਸ 'ਚ ਗੱਲ ਹੋਈ ਉੱਥੇ, ਜਾਂ ਇਦੋਂ ਵੀ ਪਹਿਲਾਂ ਅੱਧਾ ਕੁ ਘੰਟਾ, ਵੀ ਅਸੀਂ ਉਹ ਕਹਿੰਦੇ ਵੀ ਇਸ ਰੂਟ 'ਤੇ ਜਾਣਾ ਜਿਹੜਾ ਇਹਨਾਂ ਨੇ ਦਿੱਲੀ ਪੁਲਿਸ ਨੇ ਦਿੱਤਾ ਸੀ। ਲੋਕ ਕਹਿੰਦੇ ਅਸੀਂ ਰਿੰਗ ਰੋਡ ਜਾਣਾ। ਮੌਕੇ 'ਤੇ ਇਹ ਗੱਲ ਹੋਈ, ਔਰ ਮੌਕੇ 'ਤੇ ਇਹ ਆਈ ਥਿੰਕ ਅਸੀਂ ਵੀ ਉਹੀ ਇੰਟਰਵਿਊ ਦੇਖੀ, ਆਪਣੇ ਮੱਕੜ ਬਾਈ ਦੀ ਇੰਟਰਵਿਊ ਆ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਲਾਲ ਕਿਲੇ ਦੀ ਕਾਲ ਦੇ ਦਿੱਤੀ ਗਈ ਆ ਤੇ ਹੁਣ ਲਾਲ ਕਿਲੇ ਪਹੁੰਚੋ। ਉਹੀ ਸੁਣ ਕੇ ਅਸੀਂ ਲਾਲ ਕਿਲੇ ਪਹੁੰਚੇ, ਹੈ ਨਾ। ਮੈਂ ਤਾਂ ਉੱਥੇ ਜਦੋਂ ਪਹੁੰਚਿਆ ਉਦੋਂ ਪਹਿਲਾਂ ਤਾਂ ਹਜ਼ਾਰਾਂ ਲੋਕ ਸੀ। ਤੁਸੀਂ ਕਹਿੰਦੇ ਵੀ ਤੁਸੀਂ 2 ਵਜੇ ਪਹੁੰਚੇ ਹੋ, ਇੱਕ ਤਸਵੀਰ ਤੁਹਾਡੀ ਆਈ ਜਿਸ ਦੇ ਵਿੱਚ ਤੁਸੀਂ ਟਾਈਮ ਤੋਂ ਪਹਿਲਾਂ ਪਹੁੰਚੇ ਹੋਏ ਸੀ। ਨਹੀਂ, ਟਾਈਮ ਤੋਂ ਪਹਿਲਾਂ ਨਹੀਂ, ਉਹ ਟਾਈਮ ਤੋਂ ਪਹਿਲਾਂ ਕਹਿ ਦਿੱਤਾ ਗਿਆ, ਕਿਉਂਕਿ ਉਹ ਤਸਵੀਰ ਦਾ ਜਿਹੜਾ ਬੈਕਡ੍ਰੌਪ ਸੀ ਨਾ, ਉਹ ਇੱਕ ਗਰਾਊਂਡ ਸੀ। ਗਰਾਊਂਡ 'ਚ ਇਕੱਲੀ ਪੁਲਿਸ ਵਾਲਿਆਂ ਦਾ ਕੈਂਪ ਆ ਉੱਥੇ, ਹੈ ਨਾ। ਉਹ ਅਦਰਵਾਈਜ਼ ਉੱਥੇ ਲੋਕ ਨਹੀਂ ਵੜ ਸਕਦੇ, ਕਿਉਂਕਿ ਉਹ ਵਾਇਰਡ, ਪੂਰਾ ਵਾਇਰਡ ਆ ਗਰਾਊਂਡ। ਤੇ ਉਹਨੂੰ ਇਹ ਕਹਿ ਦਿੱਤਾ ਗਿਆ, ਦੇਖੋ ਜੀ ਇੱਥੇ ਤਾਂ ਲੋਕ ਹੈ ਨਹੀਂ, ਦੀਪ ਸਿੱਧੂ ਤਾਂ ਸਵੇਰੇ ਹੀ ਪਹੁੰਚਿਆ ਹੋਇਆ। ਔਰ ਉਹ ਉਸ ਵੇਲੇ ਦੀ, ਔਰ ਉਹ ਸ਼ੰਭੂ ਮੋਰਚੇ ਦੇ ਪੇਜ 'ਤੇ ਪਾਈ ਫੋਟੋ ਅਸੀਂ ਖਿੱਚ ਕੇ, ਕਿਉਂਕਿ ਉਹ ਮੇਰੇ ਹੱਥ 'ਚ ਨਿਸ਼ਾਨ ਸਾਹਿਬ ਫੜਿਆ ਸੀ, ਪਿੱਛੇ ਲਾਲ ਕਿਲਾ ਵੀ ਦਿਖਦਾ ਸੀ, ਇਸ ਕਰਕੇ ਪਾਈ। ਪਰ ਉਹਨੂੰ ਪ੍ਰੈਜ਼ੈਂਟ ਕਿਵੇਂ ਕੀਤਾ ਗਿਆ ਇਹ ਦੇਖੋ ਤੁਸੀਂ। ਨੇ ਫਿਰ ਕਿਹਾ ਗਿਆ ਕਿ ਦੀਪ ਸਿੱਧੂ ਨੇ ਹੀ ਜੋ ਲੋਕ ਇਕੱਠੇ ਕੀਤੇ, ਲੋਕ ਉਹਦੇ ਮਗਰ ਲੱਗ ਗਏ ਤੇ ਫਿਰ ਤਿਰੰਗੇ ਦਾ ਅਨਾਦਰ ਕਰ ਦਿੱਤਾ ਗਿਆ, ਲਾਲ ਕਿਲੇ ਦਾ ਅਨਾਦਰ ਕੀਤਾ ਗਿਆ, ਨਿਸ਼ਾਨ ਸਾਹਿਬ ਚਲਾ ਦਿੱਤੇ ਗਏ। ਕਿਤੇ ਨਾ ਕਿਤੇ ਪਹਿਲਾਂ ਵੀ ਤੁਹਾਨੂੰ ਕਹਿੰਦੇ ਸੀ ਵੀ ਤੁਸੀਂ ਖਾਲਿਸਤਾਨ ਸੋਚ ਨਾਲ ਰੱਖਦੇ ਹੋ। ਨਹੀਂ ਨਹੀਂ, ਦੇਖੋ ਗੱਲ ਇਹ ਨਹੀਂ ਹੈ, ਗੱਲ ਖਾਲਿਸਤਾਨ ਦੀ ਨਹੀਂ ਹੈ, ਗੱਲ ਉਸ ਸੋਚ ਦੀ ਨਹੀਂ ਹੈ, ਗੱਲ ਕੋਈ ਫੰਡਾਮੈਂਟਲਿਸਟ ਨਹੀਂ ਹੈ, ਹੈ ਨਾ। ਮੈਂ ਪਹਿਲਾਂ ਕਿਹਾ, ਨਾ ਤਾਂ ਅਸੀਂ ਤਿਰੰਗੇ ਦਾ ਨਿਰਾਦਰ ਕੀਤਾ, ਨਾ ਹੀ ਅਸੀਂ ਲਾਲ ਕਿਲੇ ਉਸ ਮੋਨੂਮੈਂਟ ਦਾ ਕਿਸੇ ਢੰਗ 'ਚ ਨਿਰਾਦਰ ਕੀਤਾ। ਉਹ ਹਿਸਟੋਰੀਕਲ ਮੋਨੂਮੈਂਟ ਆ, ਅਸੀਂ ਉਹਨੂੰ ਤੋੜ ਫੋੜ ਕਰਨ ਥੋੜ੍ਹੀ ਗਏ ਹਾਂ ਉੱਥੇ। ਜਾਂ ਉੱਥੇ ਜਿਹੜੇ ਲੋਕ ਸੀਗੇ, ਦੀਪ ਸਿੱਧੂ ਵੀ ਉਵੇਂ ਹੀ ਪਹੁੰਚਿਆ ਸੀ ਜਿਵੇਂ ਹਜ਼ਾਰਾਂ ਲੋਕ ਪਹੁੰਚੇ ਸੀ। ਹੁਣ ਬਾਈ ਜੀ ਕਿਵੇਂ ਹੋ ਸਕਦਾ? 4 ਜਗ੍ਹਾ ਤੋਂ ਮੋਰਚਾ ਤੋਂ ਜਿਹੜੇ ਬੈਰੀਕੇਡਿੰਗ ਤੋੜ ਕੇ ਗਾਜ਼ੀਪੁਰ ਤੋਂ ਲੋਕ ਆਏ। ਸਭ ਤੋਂ ਪਹਿਲਾਂ ਉਹਨਾਂ ਨੇ ਆ ਕੇ ਉੱਥੇ ਨਿਤਨੇਮ ਕੀਤਾ। ਗਾਜ਼ੀਪੁਰ ਤੋਂ ਪਹਿਲਾਂ ਉਹਨਾਂ ਨੇ ਨਿਤਨੇਮ ਕੀਤਾ ਸੜਕ 'ਤੇ, ਗਾਜ਼ੀਪੁਰ ਵਾਲਿਆਂ ਨੇ। ਕਿਉਂਕਿ ਮੈਨੂੰ ਤਾਂ ਇਨਵੈਸਟੀਗੇਸ਼ਨ ਦੇ ਦੌਰਾਨ ਇਹਨਾਂ ਨੇ, ਪੁਲਿਸ ਵਾਲਿਆਂ ਨੇ ਸਾਰੀਆਂ ਵੀਡੀਓਜ਼ ਦਿਖਾਈਆਂ। ਮੈਂ ਵੀ ਆਹ ਦੱਸ ਕੌਣ ਆ ਇਹ ਬੰਦੇ। ਮੈਂ ਉਹਨਾਂ ਨੂੰ ਕਿਹਾ ਮੈਨੂੰ ਕੀ ਪਤਾ ਕੌਣ ਆ। ਗਾਜ਼ੀਪੁਰ ਵਾਲੇ ਪਾਸਿਓਂ ਆਏ, ਫਿਰ ਟਿਕਰੀ ਬਾਰਡਰ ਵਾਲੇ ਪਾਸਿਓਂ ਆਏ, ਸਿੰਘੂ ਬਾਰਡਰ ਵਾਲੇ ਪਾਸਿਓਂ ਆਏ, ਰਾਜਸਥਾਨ ਵਾਲੇ ਬਾਰਡਰ ਪਾਸਿਓਂ ਆਏ। ਇਹ ਸਾਰੇ ਪਾਸਿਓਂ ਹੀ ਦੀਪ ਸਿੱਧੂ ਲੈ ਆਇਆ। ਤੁਸੀਂ ਦੇਖੋ, ਇਹ ਤਾਂ ਸਿਰਫ ਇੱਕ ਸਕੇਪਗੋਟ। ਇਲਜ਼ਾਮ ਲਗਾਏ ਗਏ, ਵੱਡੀਆਂ ਧਾਰਾਵਾਂ ਲਾਈਆਂ ਗਈਆਂ, ਤੁਹਾਨੂੰ ਬਹੁਤ ਜ਼ਿਆਦਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਿਆ, ਜ਼ਮਾਨਤਾਂ ਵੀ 2 ਹੋ ਗਈਆਂ। ਇਹ ਫਿਰ ਕਿਸ ਤਰ੍ਹਾਂ ਹੋ ਗਿਆ? ਇਹ ਬੇਬੁਨਿਆਦ ਸੀ ਬਾਈ, ਜਮਾਂ ਬੇਬੁਨਿਆਦ। ਜ਼ਮਾਨਤਾਂ ਕਿਉਂ ਮਿਲੀਆਂ? ਜੁਡੀਸ਼ਰੀ ਨੇ ਡਟ ਕੇ ਸਾਥ ਦਿੱਤਾ। ਤੁਸੀਂ ਇਹ ਦੇਖੋ, ਜਿਹੜੇ ਸੈਸ਼ਨ ਜੱਜ ਸਾਹਿਬਾਂ, ਤੁਸੀਂ ਉਹਨਾਂ ਦਾ ਆਰਡਰ ਪੜ੍ਹ ਲਓ ਭਾਈ, ਇੱਕ ਇੱਕ ਚੀਜ਼ ਨਾਲ ਡੀਲ ਕੀਤਾ। ਉਹਨਾਂ ਨੇ ਇੱਥੋਂ ਤੱਕ ਲਿਖਿਆ ਵੀ ਪ੍ਰੋਸੀਕਿਊਸ਼ਨ ਇਹਨੂੰ ਐਗਜ਼ਾਮਪਲ ਬਣਾਉਣਾ ਚਾਹੁੰਦੀ ਹੈ ਜਾਣ ਕੇ, ਕਿਉਂਕਿ ਇਹ ਨੋਨ ਬੰਦਾ,
ਤੇ ਇਹਨੂੰ ਜਾਣ ਕੇ ਐਗਜ਼ਾਮਪਲ ਬਣਾਉਣਾ ਚਾਹੁੰਦੀ ਆ, ਇਹਨੂੰ ਬਦਨਾਮ ਕਰ ਰਹੀ ਆ। ਇਹ ਨਾ ਤਾਂ ਕਿਸੇ ਇਨਸਟੀਗੇਸ਼ਨ 'ਚ ਕਿਸੇ ਨੂੰ ਭੜਕਾਉਣ 'ਚ ਮੌਜੂਦ ਸੀ, ਨਾ ਇਹਨੇ ਕੋਈ ਵਾਇਲੈਂਸ ਕੀਤੀ ਆ, ਇਹਦਾ ਕੋਈ ਰੋਲ ਨਹੀਂ ਸੀ। ਇਹ ਤਾਂ ਇੱਕ ਉੱਥੇ ਪੀਸਫੁਲ ਪ੍ਰੋਟੈਸਟਰ ਸੀਗਾ। ਔਰ ਰਾਈਟ ਟੂ ਸੇ ਜਾਂ ਰਾਈਟ ਟੂ ਸਪੀਕ ਸਾਡਾ ਫੰਡਾਮੈਂਟਲ ਰਾਈਟ ਆ, ਤੇ ਲੋਕ ਉਹਨੂੰ ਐਕਸਰਸਾਈਜ਼ ਕਰਦੇ ਆ ਆਪਦੇ ਚੁਣਿੰਦਾ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਦੇ ਥਰੂ। ਹੋਰ ਬੜਾ ਡਿਟੇਲਡ 21 ਪੇਜਾਂ ਦਾ ਬੇਲ ਆਰਡਰ ਆ ਬਾਈ, ਤੁਸੀਂ ਉਸ ਆਰਡਰ ਨੂੰ ਪੜ੍ਹੋ, ਇੱਕ ਇੱਕ ਲਾਈਨ ਪੜ੍ਹੋ ਉਹਦੇ 'ਚ ਉਹਨਾਂ ਨੇ ਇੱਕ ਇੱਕ ਚੀਜ਼ ਨਾਲ ਡੀਲ ਕੀਤਾ ਹੋਇਆ। ਮੇਨ ਕੀ ਕਹਿਣਾ ਉਹਨਾਂ ਨੇ, ਸਭ ਤੋਂ ਵੱਡੀ ਗੱਲ ਇਹੀ ਕਹੀ ਕਿ ਤੁਸੀਂ ਉੱਥੇ ਮਤਲਬ ਕੁਝ ਵੀ ਕ੍ਰੀਏਟ ਨਹੀਂ ਕੀਤਾ, ਤੁਸੀਂ ਵੀ ਇੱਕ ਹਿੱਸਾ ਸੀ। ਹਾਂ, ਉਹਨਾਂ ਨੇ ਇਹ ਕਿਹਾ ਵੀ ਇਹਨੇ ਸਲੋਗਨਸ ਰੇਜ਼ ਕੀਤੇ ਆ, ਔਰ ਉਹ ਸਲੋਗਨਸ ਨੂੰ ਭੜਕਾਊ ਸਲੋਗਨ ਨਹੀਂ ਕਿਹਾ ਜਾ ਸਕਦਾ। ਉਹ ਉਵੇਂ ਹੀ ਆ ਜਿਵੇਂ ਅਸੀਂ ਕਹੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰੋਜ਼ ਕਹਿੰਦੇ ਆ ਅਸੀਂ, ਰੋਜ਼ ਅਰਦਾਸ 'ਚ ਕਹਿੰਦੇ ਆ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਰੋਜ਼ ਕਹਿੰਦੇ ਆ ਅਸੀਂ, ਹੈ ਨਾ। ਇਹ ਸਲੋਗਨ ਤੁਹਾਨੂੰ ਹੁਣ ਭੜਕਾਹਟ ਲੱਗਣ ਲੱਗ ਗਏ। ਇਹ ਤਾਂ ਅਸੀਂ ਰੋਜ਼ ਸਿੰਘੂ ਮੋਰਚੇ ਤੇ ਸ਼ੰਭੂ ਮੋਰਚੇ ਤੇ ਤਾਂ ਰੋਜ਼ ਅਰਦਾਸਾਂ 'ਚ ਗੱਲਾਂ ਹੁੰਦੀਆਂ ਸੀ ਸਾਡੀਆਂ। ਹੁਣ ਗੱਲ ਇਹ ਆ ਵੀ ਇਹਨੂੰ ਪ੍ਰੈਜ਼ੈਂਟ ਇਸ ਢੰਗ ਨਾਲ ਕੀਤਾ ਗਿਆ। ਨੈਸ਼ਨਲ ਮੀਡੀਆ ਨੇ ਵੀ, ਹੈ ਨਾ, ਆਪਣੇ ਉਹ ਬੰਦਿਆਂ ਨੇ ਵੀ ਜਿਹੜੇ ਇਨਸਿਕਿਉਰ ਸੀ ਮੇਰੇ ਤੋਂ, ਵੀ ਇਹ ਸਾਡੀ ਸਪੇਸ ਨਾ ਕਿਤੇ ਲੈ ਜੇ। ਸੰਯੁਕਤ ਮੋਰਚੇ ਵਾਲੇ ਸੀ? ਨਹੀਂ, ਦੇਖੋ ਹੁਣ ਇਹ ਤਾਂ ਹੁਣ ਮੈਂ ਪਿਨ ਪੁਆਇੰਟ ਨਹੀਂ ਕਰੂੰਗਾ, ਮੈਂ ਕਿਸੇ ਤੇ ਤੌਮਤਾਂ ਨਹੀਂ ਲਾਊਂਗਾ, ਕਿਸੇ ਤੇ ਇਲਜ਼ਾਮ ਨਹੀਂ ਲਾਊਂਗਾ, ਕਿਉਂਕਿ ਉਹ ਮੇਰਾ ਕਿਰਦਾਰ ਨਹੀਂ ਆ, ਹੈ ਨਾ। ਪਰ ਮੈਂ ਇੱਕ ਜ਼ਰੂਰ ਕਹਿਣਾ ਗੱਲ, ਕਈ ਵਾਰੀ ਆਪਦੇ ਲੋਕ ਹੀ ਤੁਹਾਡੇ ਤੋਂ ਇਨਸਿਕਿਉਰ ਹੋ ਜਾਂਦੇ ਆ। ਉਹਨਾਂ ਨੂੰ ਲੱਗਦਾ ਇਹਦੀਆਂ ਪੋਲੀਟੀਕਲ ਐਂਬੀਸ਼ਨਸ, ਉਹਨਾਂ ਨੂੰ ਇਹ ਲੱਗਦਾ ਵੀ ਇਹਦੀਆਂ ਪੋਲੀਟੀਕਲ ਐਂਬੀਸ਼ਨਸ ਆ। ਜੇ ਪੋਲੀਟੀਕਲੀ ਇਹ ਆ ਗਿਆ ਤਾਂ ਸਾਡੀ ਸਪੇਸ ਨੂੰ ਖਤਰਾ, ਸਾਡੀ ਸਪੇਸ ਥ੍ਰੈਟਨ ਕਰੂਗਾ। ਇਹ ਇੱਕ ਨਵਾਂ ਸ਼ਰੀਕ ਆ ਜਾਊਗਾ, ਇਹਨੂੰ ਕੱਢੋ ਪਹਿਲਾਂ ਤਾਂ। ਉਸ ਮਨਸ਼ਾ ਨੂੰ ਲੈ ਕੇ ਜਿਹੜਾ ਹੈ ਸਾਰਾ ਕਾਰਜਕ੍ਰਮ ਕੀਤਾ ਗਿਆ। ਪਰ ਮੈਂ ਇੱਕ ਗੱਲ ਕਹਿਣਾ ਚਾਹਾਂ, ਜਦੋਂ ਤੁਸੀਂ ਪਹਿਲੇ ਦਿਨ ਤੋਂ ਜਦੋਂ ਸ਼ੰਭੂ ਬਾਰਡਰ ਤੇ ਤੁਸੀਂ ਇੱਕ ਮੋਰਚਾ ਲਗਾਇਆ, ਉਦੋਂ ਵੀ ਇਸ ਤਰ੍ਹਾਂ ਦੀ ਗੱਲਾਂ ਸੁਣਨ ਨੂੰ ਮਿਲੀਆਂ। ਉਸ ਤੋਂ ਬਾਅਦ 26 ਜਨਵਰੀ ਵਾਲਾ ਕੰਮ ਹੋ ਜਾਂਦਾ, ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਕਹਿ ਦਿੰਦੀਆਂ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਦੀਪ ਸਿੱਧੂ ਨਾਲ, ਜਦ ਕਿ ਤੁਸੀਂ ਪਹਿਲੇ ਦਿਨ ਤੋਂ ਨਾਲ ਲੱਗੇ ਹੋਏ ਸੀ। ਹਾਂਜੀ ਭਾਈ, ਉਹੀ ਮੈਂ ਤੁਹਾਨੂੰ ਗੱਲ ਦੱਸਦਾ ਨਾ, ਜਦੋਂ ਤੁਸੀਂ ਇਹ ਗੱਲ ਨਾ ਬੜੀ ਵਾਰੀ ਹੋ ਜਾਂਦੀ ਹੁੰਦੀ ਹੈ, ਜਦੋਂ ਤੁਸੀਂ ਕਿਸੇ ਆਈਡੀਓਲੋਜੀ ਦੇ ਆਈਡੀਏ 'ਚ ਫਿੱਟ ਨਾ ਬੈਠੋ ਨਾ, ਜਿਵੇਂ ਹੁਣ ਸਾਡੀਆਂ ਕਿਸਾਨ ਜਥੇਬੰਦੀਆਂ, ਜੇ ਉਹਨਾਂ ਦੀ ਆਈਡੀਓਲੋਜੀ ਆ ਜਿਹੜੀ, ਉਹਦੇ ਆਈਡੀਏ 'ਚ ਮੈਂ ਫਿੱਟ ਨਹੀਂ ਬਹਿੰਦਾ ਤਾਂ ਮੇਰੇ ਖਿਲਾਫ ਪੋਜੀਸ਼ਨ ਲੈ ਲੈਂਦੇ ਆ। ਇਹ ਨਹੀਂ ਕਹਿੰਦੇ ਦੈਟ ਇਟਸ ਓਕੇ ਜੇ ਤੁਸੀਂ ਨਹੀਂ ਕਿਤੇ ਸਾਡੇ 'ਚ ਵਖਰੇਵੇਂ ਹੋ ਸਕਦੇ ਆ, ਨਹੀਂ ਸਹਿਮਤ ਹੋ, ਕੋਈ ਗੱਲ ਨਹੀਂ, ਪਰ ਆਪਾਂ ਇੱਕੋ ਕਾਜ਼ ਲਈ ਲੜ ਰਹੇ ਹਾਂ, ਆਪਦੀ ਇੱਕੋ ਹੋਂਦ ਲਈ ਲੜ ਰਹੇ ਹਾਂ, ਹੈ ਨਾ। ਸਾਡੇ ਕਿਸਾਨਾਂ ਲਈ, ਸਾਡੇ ਮਜ਼ਦੂਰਾਂ ਲਈ ਸਾਡਾ ਸੰਘਰਸ਼ ਆ। ਸਾਡੀ ਤੁਸੀਂ ਇਹ ਕਹਿ ਲਓ ਵੀ ਆਪਦੀ ਖੇਤੀ ਨੂੰ, ਆਪਦੇ ਖੇਤਾਂ ਨੂੰ ਬਚਾ ਰਹੇ ਹਾਂ ਅਸੀਂ। ਉਹਦੇ ਨਾਲ ਸਾਡਾ ਸੱਭਿਆਚਾਰ ਜੁੜਿਆ ਹੋਇਆ, ਉਹਦੇ ਨਾਲ ਸਾਡੇ ਇੰਸਟੀਟਿਊਸ਼ਨਸ ਜੁੜੇ ਹੋਏ ਆ, ਫੈਮਿਲੀ ਇੰਸਟੀਟਿਊਸ਼ਨਸ ਆ, ਚਾਹੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨਸ ਆ, ਸਾਡੇ ਕਲਚਰਲ ਇੰਸਟੀਟਿਊਸ਼ਨਸ ਆ, ਇਹ ਸਾਰਿਆਂ ਦੀ ਲੜਾਈ ਆ। ਪਰ ਜੇ ਮੈਂ ਉਹਨਾਂ ਦੀ ਆਈਡੀਓਲੋਜੀ 'ਚ ਨਹੀਂ ਫਿੱਟ ਬੈਠਾ ਕਿਤੇ, ਮੇਰੇ ਖਿਲਾਫ ਪੋਜੀਸ਼ਨ ਲੈ ਲਈ। ਨਹੀਂ, ਹਾਂ, ਇਨਸਿਕਿਉਰਿਟੀ ਦੇ ਨਾਲ ਨਾਲ ਜਿਹੜਾ ਵੀ ਜ਼ਿਆਦਾ ਕਿਤੇ ਚਮਕ ਨਾ ਜਾਵੇ ਗੱਲ, ਇਹ ਬੰਦਾ ਉਸ ਦਾ ਬਹੁਤ ਚਮਕੇ ਤਾਂ ਹੀ ਤਾਂ ਇੰਨੇ ਲੋਕ ਉੱਥੇ ਪਹੁੰਚ ਗਏ, ਤਾਂ ਹੀ ਤਾਂ ਇਨਸਿਕਿਉਰਿਟੀ ਕ੍ਰੀਏਟ ਹੁੰਦੀ ਆ ਨਾ। ਚਮਕੇ ਦੇਖੋ ਤੁਸੀਂ, ਗੱਲ ਇਹ ਹੁੰਦੀ ਆ, ਇੱਕ ਨਾ ਆਪਦੇ ਲੋਕਾਂ 'ਚ ਵੀ ਤੁਹਾਡਾ ਕੰਪੀਟੀਸ਼ਨ ਹੁੰਦਾ। ਕੰਪੀਟੀਸ਼ਨ ਜਦੋਂ ਤੁਸੀਂ ਇਕੱਠੇ ਲੜ ਰਹੇ ਹੋ ਵੀ ਕਿਹੜੇ ਬੰਦੇ ਨੂੰ ਜ਼ਿਆਦਾ ਸੁਣਿਆ ਜਾਂਦਾ, ਕਿਹੜਾ ਬੰਦਾ ਮੀਡੀਆ 'ਚ ਪੋਪੂਲਰ ਆ, ਕਿਹੜਾ ਬੰਦਾ ਮੀਡੀਆ ਦਾ ਫੇਸ ਬਣਦਾ ਜਾ ਰਿਹਾ। ਮੈਨੂੰ ਐਕਚੁਅਲੀ ਐਜੀਟੇਸ਼ਨ ਦਾ ਫੇਸ ਨੈਸ਼ਨਲੀ ਵੀ ਬਣਾ ਦਿੱਤਾ ਗਿਆ, ਹੈ ਨਾ। ਮੈਨੂੰ ਆਪਣਾ ਮੀਡੀਆ ਵੀ ਬੜਾ ਪਿਆਰ ਦਿੰਦਾ ਸੀ ਜਾਂ ਅਹਿਮੀਅਤ ਦਿੰਦਾ ਸੀ। ਇਹ ਦੇਖ ਲਓ ਕਿਉਂ, ਕਿਉਂਕਿ ਜਦੋਂ ਉਹਨਾਂ ਨਾਲ ਗੱਲ ਕਰਦੇ ਆ, ਤਰੀਕਾ ਸਲੀਕਾ, ਤੁਹਾਡੇ 'ਚ ਨਫਾਸਤ ਹੋਣੀ, ਤੁਹਾਡੇ 'ਚ ਇੰਟਲੈਕਟ ਵੀ ਹੋਣਾ, ਇਹ ਗੱਲਾਂ ਬੜੀਆਂ ਜ਼ਰੂਰੀ ਹੁੰਦੀਆਂ ਨਾ, ਹੈ ਨਾ। ਤਾਂ ਉਹ ਗੱਲ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ 'ਚ ਵੀ ਵੱਜਦੀ ਸੀ ਜਾ ਕੇ। ਦੂਜਾ ਵੱਡਾ ਕਾਰਨ ਇਹ ਵੀ ਹੋਏਗਾ ਕਿਉਂਕਿ ਯੂਥ ਤੁਹਾਡੇ ਨਾਲ ਸੀ ਸਾਰਾ, ਕਿਉਂਕਿ ਬਾਬਿਆਂ ਨੇ ਵੀ ਇੱਕ ਮੋਰਚਾ ਕੱਢਿਆ ਹੋਇਆ ਸੀ, ਇੱਕ ਪਾਸੇ ਯੂਥ ਹੋ ਗਿਆ ਸੀ, ਇੱਕ ਪਾਸੇ ਬਾਬੇ ਹੋ ਗਏ ਸੀ। ਕਿਤੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਯੂਥ ਜਿਹੜੀ ਹੈ ਉਹੀ ਤਾਕਤ ਸੀ, ਜਿਹੜੇ ਬੈਰੀਕੇਡਿੰਗ ਪੱਟੀ ਗਈ ਉਹ ਯੂਥ ਵੱਲੋਂ ਪੱਟੀ ਗਈ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਾਡੇ ਯੂਥ ਨੂੰ ਨਾ ਬੜੀ ਦੇਰ ਤੋਂ ਸਾਰਿਆਂ ਨੇ ਨਕਾਰ ਹੀ ਰੱਖਿਆ ਸੀ। ਇਹ ਤਾਂ ਜੀ ਫਿਲਮਾਂ 'ਚ ਆ, ਇਹ ਤਾਂ ਗਾਣਿਆਂ 'ਚ ਆ, ਇਹ ਤਾਂ ਨਸ਼ਿਆਂ 'ਚ ਲੱਗ ਗਏ, ਇਹ ਤਾਂ ਬਾਹਰ ਜਾਣ ਲੱਗ ਗਏ। ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ, ਇਹ ਉਹ ਕੌਮ ਆ ਬਾਈ ਜੀ, ਇਹ ਅੰਦਰ ਉਹ ਚਿਣਗਾ ਵੀ ਇਹਨਾਂ ਨੇ ਰਾਤੋਂ ਰਾਤ ਜ਼ੀਰੋ ਤੋਂ ਹੀਰੋ ਹੋ ਜਾਣਾ, ਤੇ ਸਾਡੇ ਯੂਥ ਨੇ ਦਿਖਾਇਆ ਨਾ, ਰਾਤੋਂ ਰਾਤ ਜ਼ੀਰੋ ਤੋਂ ਹੀਰੋ। ਔਰ ਯੂਥ ਨੇ ਮੋਰਚਾ ਸੰਭਾਲਿਆ, ਯੂਥ ਨੇ ਅੱਗੇ ਅਗਵਾਈ ਦਿੱਤੀ, ਬਜ਼ੁਰਗਾਂ ਨੂੰ ਕਿਹਾ ਬਜ਼ੁਰਗੋ ਤੁਸੀਂ ਬੈਠੋ, ਅਸੀਂ ਲੜਦੇ ਹਾਂ। ਯੂਥ ਨੇ ਕੀਤਾ ਨਾ। ਸੋ ਉਸ ਯੂਥ ਤੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਨਕਾਰ ਦਈਏ ਉਹਨਾਂ ਨੂੰ।
ਤੇ ਮੈਂ ਜਦੋਂ ਇਹ ਗੱਲਾਂ ਕਹਿੰਦਾ ਹੁੰਦਾ ਸੀ ਵੀ ਨਹੀਂ, ਇਹ ਨਾ ਕਹੋ ਇਹ ਅਨਪੜ੍ਹ ਆ, ਇਹ ਪੜ੍ਹੇ ਨਹੀਂ, ਇਹਨਾਂ ਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ, ਆ ਇਹ ਨਸ਼ਿਆਂ 'ਚ ਆ, ਇਹ ਗੱਲਾਂ ਤਾਂ ਬੜੀਆਂ ਛੋਟੀਆਂ ਸਾਡੇ ਬੰਦਿਆਂ ਸਾਹਮਣੇ। ਸਾਡੀ ਜਿਹੜੀ ਚਿਣਗ ਲਾਈ ਹੋਈ ਆ ਗੁਰੂਆਂ ਨੇ ਸਾਡੇ ਅੰਦਰ ਨਾ, ਉਹ ਇਹੋ ਜਿਹੀ ਚਿਣਗ ਆ ਵੀ ਉਹ ਰਾਤੋਂ ਰਾਤ ਸਾਨੂੰ ਹੀਰੋ ਬਣਾ ਦਿੰਦੀ ਹੈ ਜ਼ੀਰੋ ਤੋਂ। ਤੇ ਉਹ ਪ੍ਰੂਵ ਹੋਈ ਆ ਗੱਲ, ਪ੍ਰਤੱਖ ਹੋਈ। ਉਹੀ ਅਣਦੇਖੀ ਫਿਰ ਤੁਹਾਨੂੰ ਵੀ ਝੇਲ ਨਹੀਂ ਪਈ, ਜੇਲ੍ਹਾਂ ਦੇ ਵਿੱਚ ਰਹਿਣਾ ਪਿਆ, ਬੜੇ ਤਸ਼ੀਹੇ ਹੋਏ ਹੋਣੇ, ਕਿਸ ਤਰ੍ਹਾਂ ਰਿਹਾ ਜੇਲ੍ਹ ਦਾ ਮੰਜ਼ਰ? ਉਹ ਤਾਂ ਦੇਖੋ, ਜਦੋਂ ਤੁਹਾਨੂੰ ਪ੍ਰਮਾਤਮਾ ਤੇ ਭਰੋਸਾ ਹੋਵੇ ਨਾ, ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੋਵੇ, ਉਹ ਸਫ਼ਰ ਤੱਤੀਆਂ ਹਵਾਵਾਂ ਵਗਦੀਆਂ ਉਹ ਕਢਾ ਲਿਆਉਂਦਾ ਉਹਦੇ ਚੋਂ। ਤੇ ਤੁਸੀਂ ਦੇਖ ਲਓ, ਵਿਸ਼ਵਾਸ ਹੀ ਨਹੀਂ ਹੋ ਰਿਹਾ ਹੋਣਾ ਵੀ ਇੰਨੀ ਛੇਤੀ ਬਾਹਰ ਵੀ ਆ ਜਾਵਾਂਗੇ ਤੇ ਆਪਾਂ ਫੇਰ ਵਿਚਰਾਂਗੇ, ਬੈਠਾਂਗੇ, ਗੱਲਾਂ ਕਰਾਂਗੇ, ਹੈ ਨਾ। ਤੇ ਕੱਲ੍ਹ ਤੱਕ ਮੇਰੀ ਜ਼ਿੰਦਗੀ ਕੁਛ ਹੋਰ ਸੀ, ਅੱਜ ਫੇਰ ਮੈਨੂੰ ਹਾਲਾਂਕਿ ਐਡਜਸਟ ਹੋਣਾ ਪੈ ਰਿਹਾ। ਇਟਸ ਟੇਕਿੰਗ ਲਿਟਲ ਟਾਈਮ। ਮੈਨੂੰ ਬੜਾ ਅਜੀਬ ਵੀ ਲੱਗ ਰਿਹਾ ਕਿਉਂਕਿ ਲਿਟਰਲੀ 3 ਮਹੀਨੇ ਹੋ ਗਏ ਬਾਈ। ਤੇ ਪਰ ਇਹ ਗੱਲ ਮੈਂ ਤੁਹਾਨੂੰ ਦੱਸਾਂ ਵੀ ਸਫ਼ਰ ਨੇ ਬੜਾ ਕੁਝ ਸਿਖਾਇਆ, ਹੈ ਨਾ। ਬੜਾ ਜੂਝੇ ਆ ਉਸ ਸਫ਼ਰ 'ਚ, ਪਰ ਬੜਾ ਕੁਝ ਸਿਖਾਇਆ। ਤੇ ਬੜੇ ਲੋਕ ਵੀ, ਔਰ ਅਰਦਾਸਾਂ ਇੰਨੀਆਂ ਕੀਤੀਆਂ, ਇੰਨੇ ਰੋਏ ਆ ਲੋਕ ਮੇਰੇ ਲਈ। ਇਹ ਤਾਂ ਉਹਦੀ ਰਹਿਮਤ ਹੀ ਹੁੰਦੀ ਆ ਭਾਈ। ਤੇ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਜਿਨ੍ਹਾਂ ਨੇ ਇੰਨਾ ਸਾਥ ਦਿੱਤਾ, ਮੈਂ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦਾ। ਇੱਕ ਗੱਲ ਹੁੰਦੀ ਹੈ, ਤੁਸੀਂ ਇੱਕ ਲਗਜ਼ਰੀ ਲਾਈਫ ਜੀ ਰਹੇ ਸੀ, ਫਿਲਮੀ ਐਕਟਰ ਸੀ, ਦੁਨੀਆ ਉਦੋਂ ਵੀ ਤੁਹਾਡੇ ਮਗਰ ਹੀ ਸੀ, ਕੋਈ ਇਹ ਤਾਂ ਹੈ ਨਹੀਂ ਵੀ ਹੁਣ ਮਗਰ ਸ਼ੁਰੂ ਹੋਈ ਦੁਨੀਆ। ਉਦੋਂ ਵੀ ਤੁਸੀਂ ਜਾਂਦੇ ਸੀ, ਲੋਕ ਆਟੋਗ੍ਰਾਫ ਮੰਗਦੇ ਸੀ। ਉਸ ਤੋਂ ਬਾਅਦ ਤੁਸੀਂ ਇੱਕ ਟੀਚਾ ਮਿੱਥ ਲਿਆ ਕਿ ਮੈਂ ਆਪਣੇ ਪੰਜਾਬ ਲਈ, ਆਪਣੀ ਖੇਤੀ ਲਈ ਮੈਂ ਲੜਨਾ ਹੈ, ਸਾਰਾ ਕੁਝ ਤਿਆਗ ਕੇ ਤੁਸੀਂ ਉੱਥੇ ਜਾ ਕੇ ਬਹਿ ਗਏ। ਉਸ ਤੋਂ ਬਾਅਦ ਜਿਨ੍ਹਾਂ ਲਈ ਲੜ ਰਹੇ ਸੀ ਉਹਨਾਂ ਨੇ ਫਿਰ ਤੁਹਾਨੂੰ ਇੱਕ ਵਾਰ ਇੱਕ ਸਾਈਡ ਤੇ ਕਰਤਾ, ਦਰਕਨਾਰ ਕਰਤਾ। ਉਦੋਂ ਕੀ ਲੱਗਿਆ? ਕਿਉਂਕਿ ਤੁਹਾਡਾ ਇੱਕ ਬਿਆਨ ਵੀ ਆਇਆ ਜਿਹਦੇ ਵਿੱਚ ਤੁਸੀਂ ਕਾਫੀ ਮਾਯੂਸ ਨਜ਼ਰ ਆਏ। ਨਹੀਂ, ਉਹ ਮਾਯੂਸ ਇਹ ਸੀ, ਮੈਂ ਹਰਟ ਸੀ, ਹੈ ਨਾ। ਹਰਟ ਉਦੋਂ ਹੁੰਦੇ ਹੋ ਜਦੋਂ ਤੁਹਾਨੂੰ ਤੁਹਾਡੇ ਲੋਕ ਹੀ ਤੁਹਾਡੇ ਤੇ ਤੌਮਤਾਂ ਲਾਉਂਦੇ ਆ। ਤੌਮਤ ਨੂੰ ਸਹਿਣਾ ਬਹੁਤ ਔਖਾ ਹੁੰਦਾ ਕਿਉਂਕਿ ਤੁਸੀਂ ਦਿਲੋਂ, ਆਪਦੀ ਰੂਹ ਤੋਂ ਉਹਨਾਂ ਦੇ ਲਈ ਕੰਮ ਕੀਤੇ ਹੁੰਦੇ ਆ, ਉਹਨਾਂ ਦੇ ਨਾਲ ਪਿਆਰ ਕਰਦੇ ਹੋ, ਪਰ ਤੁਹਾਡੇ ਤੇ ਤੌਮਤ ਲੱਗ ਜਾਂਦੀ ਹੈ ਨਾ। ਤਾਂ ਤੌਮਤ ਬਹੁਤ ਤੰਗ ਕਰਦੀ ਹੈ ਬਾਈ, ਤੁਹਾਨੂੰ ਬਹੁਤ ਅੰਦਰ ਸੱਟ ਮਾਰਦੀ ਹੈ ਵਾਰ-ਵਾਰ। ਸੋ ਇਸ ਕਰਕੇ ਮੈਂ ਮਾਯੂਸ ਸੀ। ਪਰ ਇੱਕ ਗੱਲ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਵੀ ਸਫ਼ਰ ਹੁੰਦੇ ਆ। ਬੜੀਆਂ ਤੌਮਤਾਂ ਵੱਡੇ ਸਾਡੇ ਰਹਿਬਰਾਂ ਤੇ ਲੱਗੀਆਂ, ਪਰ ਇਹੀ ਗੱਲ ਆ, ਮੈਂ ਜਦੋਂ ਕਹਿੰਦਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੋਵੇ, ਉਹ ਆਪੇ ਸਾਂਭ ਲੈਂਦਾ। ਅੱਜ ਦੇਖੋ ਕਿੰਨਾ ਪਿਆਰ ਮਿਲ ਰਿਹਾ। ਰੋਡ ਤੇ ਰੋਕ ਕੇ, ਆਪਦੀ ਕਾਰ ਚੱਲਦੀ ਰੋਡ 'ਚ ਰੋਕ ਕੇ ਮੈਨੂੰ ਆ ਕੇ ਮਿਲਦੇ ਆ, ਜੱਫੀ ਪਾਉਂਦੇ ਆ, ਫੋਟੋ ਖਿੱਚਦੇ ਆ। ਬਾਈ ਇਹ ਤਾਂ ਕੋਈ ਰਹਿਮਤ ਹੀ ਹੁੰਦੀ ਆ। ਮੈਂ ਤੁਹਾਨੂੰ ਦੱਸ ਰਿਹਾ, ਮੈਂ ਦੇਣ ਹੀ ਨਹੀਂ ਦੇ ਸਕਦਾ, ਆਪਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ। ਦੋ ਕਰੈਕਟਰ ਵੀ ਹੋ ਗਏ ਤੁਹਾਡੇ। ਪਹਿਲਾਂ ਕਿਹਾ ਗਿਆ ਕਿ ਖਾਲਿਸਤਾਨੀ ਸਮਰਥਕ ਹੈ, ਉਸ ਤੋਂ ਬਾਅਦ ਕਿਹਾ ਗਿਆ RSS ਦਾ ਬੰਦਾ। ਤੁਸੀਂ ਕਿਹੜੇ ਪਾਸੇ ਸੋਚਦੇ ਹੋ ਵੀ ਕਿਹੜੇ ਤੁਸੀਂ ਹੋ, ਕਿਹੜੇ ਪਾਸੇ? ਮੈਂ ਤਾਂ ਹਿਊਮੈਨਿਸਟ ਹਾਂ, ਇੱਕ ਹੈ ਨਾ, ਹਿਊਮੈਨਿਟੀ ਨੂੰ ਪਿਆਰ ਕਰਦਾ, ਆਪਦੇ ਲੋਕਾਂ ਨੂੰ, ਆਪਦੇ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦਾ। ਮੇਰੇ ਵਾਸਤੇ ਕੋਈ, ਜੇ ਤੁਸੀਂ ਕਹਿ ਲਓ ਵੀ ਮੈਂ ਫੰਡਾਮੈਂਟਲਿਸਟ ਕਿਸੇ ਵੇ 'ਚ ਹਾਂ, ਉਹ ਨਹੀਂ ਆ। ਕਿਸੇ ਵੇ 'ਚ ਕੱਟੜ ਨਹੀਂ ਆ ਮੈਂ। ਸਾਡੇ ਸਰਬੱਤ ਦੇ ਭਲੇ ਦੀ ਸਾਨੂੰ ਫਲਸਫੇ ਸਿਖਾਏ ਗਏ ਆ। ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ ਦੇ ਫਲਸਫੇ ਸਿਖਾਏ ਗਏ ਆ ਸਾਡੇ ਗੁਰੂਆਂ ਨੇ। ਅਸੀਂ ਉਹਨਾਂ ਨਾਮ ਜਪੋ, ਵੰਡ ਕੇ ਛਕੋ ਤੇ ਆਪਦੀ ਕਿਰਤ ਕਰੋ, ਠੀਕ ਹੈ। ਤੇ ਅਸੀਂ ਗੁਰੂ ਸਾਹਿਬ ਨੇ ਸਾਨੂੰ ਇਹ ਫਲਸਫੇ ਸਿਖਾਏ ਗਏ ਆ, ਉਹਨਾਂ 'ਚ ਹੀ ਵਿਸ਼ਵਾਸ ਰੱਖਦੇ। ਉੱਥੋਂ ਪਾਸੇ ਕਿਵੇਂ ਹੋ ਜਾਣਗੇ? ਫਿਰ ਤਸਵੀਰਾਂ ਤੁਹਾਡੀਆਂ ਕਦੇ ਅਮਿਤ ਸ਼ਾਹ ਦੇ ਨਾਲ, ਕਦੇ ਪ੍ਰਧਾਨ ਮੰਤਰੀ ਜੀ ਨਾਲ, ਇਹ ਤਸਵੀਰਾਂ ਵੀ ਤੁਹਾਡੀਆਂ ਆਈਆਂ ਮੀਡੀਆ ਦੇ ਵਿੱਚ, ਤੇ ਉਹਦੇ ਬਾਰੇ ਕਿਹਾ ਵੀ ਗਿਆ ਇਹ ਤਾਂ ਪਹਿਲਾਂ ਤੋਂ ਹੀ ਪਲਾਨ ਸੀ। ਫਿਰ ਜੇਕਰ ਤੁਸੀਂ ਪਲਾਨ ਸੀ, ਫਿਰ ਜੇਲ੍ਹ ਕਿਵੇਂ ਹੋਊਗੀ? ਨਹੀਂ, ਮੈਂ ਉਹੀ ਗੱਲ ਕਰਦਾ ਨਾ, ਜਦੋਂ ਜਿਹੜੇ ਬੰਦੇ ਪਲਾਨਡ ਹੁੰਦੇ ਆ ਨਾ, ਉਹ ਲੁਕਵੇਂ ਰੂਪ 'ਚ ਪਲਾਨਡ ਹੁੰਦੇ ਆ। ਮੈਂ ਤਾਂ ਸ਼ਰੇਆਮ ਇਲੈਕਸ਼ਨ ਲੜ ਕੇ ਗਿਆ ਸਣੀ ਬਾਈ ਦੀ, ਸ਼ਰੇਆਮ ਉਹਦੇ ਨਾਲ ਖੜਾ ਹਾਂ। ਔਰ ਉਸ ਵੇਲੇ ਇਹ ਸਾਰੀਆਂ ਤਸਵੀਰਾਂ ਉਸ ਵੇਲੇ ਦੀਆਂ ਤਸਵੀਰਾਂ। ਫਿਰ ਜਿਹੜੇ ਬੰਦੇ ਆ ਨਾ, ਉਹ ਬੰਦੇ ਗਧੇ ਨਹੀਂ ਹੁੰਦੇ। ਗਧਿਆਂ 'ਚ ਸਥਿਰਤਾ ਹੁੰਦੀ ਆ, ਬੰਦਿਆਂ 'ਚ ਸਥਿਰਤਾ ਨਹੀਂ ਹੁੰਦੀ। ਬੰਦਿਆਂ ਦੇ ਵਿਚਾਰ ਬਦਲਦੇ ਆ। ਬੰਦਿਆਂ ਨੇ ਜਦੋਂ ਕੁਝ ਹੋਰ ਗੱਲਾਂ ਆਪਾਂ ਸਿੱਖਦੇ ਆ, ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਹੁਣ ਸਾਡੇ ਬੰਦਿਆਂ ਨਾਲ ਕਿਸੇ ਲੈਵਲ 'ਤੇ, ਸਾਡੇ ਪੰਜਾਬ ਨੂੰ ਜ਼ਰੂਰਤ ਆ, ਸਾਡੇ ਬੰਦਿਆਂ ਨਾਲ ਧੱਕਾ ਹੋ ਰਿਹਾ, ਤੁਹਾਡੇ ਅੰਦਰ ਤੁਹਾਡੀ ਜ਼ਮੀਰ ਵੀ ਜਾਗਦੀ ਆ, ਹੈ ਨਾ। ਫਿਰ ਤੁਹਾਡੇ ਅੰਦਰ ਜਿਹੜਾ ਵਿਰਸਾ ਹੁੰਦਾ ਨਾ, ਜਦੋਂ ਉਹ ਜਾਗਦਾ, ਉਹ ਤੁਹਾਨੂੰ ਉੱਥੇ ਸੱਟ ਵੱਜਦੀ ਆ, ਫਿਰ ਨਹੀਂ ਟਿਕਣ ਦਿੰਦਾ ਬਾਈ। ਹਾਂ, ਟੀਸ ਤਾਂ ਜ਼ਰੂਰ ਉੱਠਦੀ ਹੈ ਜਦੋਂ ਤੁਸੀਂ ਇੱਕ ਅੰਦੋਲਨ ਦੇ ਵਿੱਚ ਸੀ, ਤੁਹਾਨੂੰ ਮੁਖੀ ਵੀ ਮੰਨਿਆ ਗਿਆ ਕਿ ਇਹੀ ਸਭ ਕੁਝ ਹੈ, ਫਿਰ ਤੁਹਾਨੂੰ ਉੱਥੋਂ ਭੱਜਣਾ ਵੀ ਪਿਆ। ਤੁਸੀਂ ਇੱਕ ਮੋਟਰਸਾਈਕਲ ਤੇ ਭੱਜ ਰਹੇ ਹੋ, ਵੀਡੀਓ ਸੀ, ਕੁਝ ਲੋਕ ਕਹਿੰਦੇ ਮਾਰ ਦਿਓ ਦੀਪ ਸਿੱਧੂ ਨੂੰ, ਮਾਰ ਦਿਓ। ਉਹ ਕੀ ਮੰਜ਼ਰ ਸੀ? ਉਹ ਬਈ ਉੱਥੇ ਇਹਨਾਂ ਵੇ ਅਟੈਕ ਹੀ ਕਰਤਾ ਸੀ ਮੇਰੇ ਤੇ। ਇਹ ਨਹੀਂ ਪਤਾ ਮੈਨੂੰ ਹੁਣ ਕੌਣ ਲੋਕ ਸੀ, ਮੈਂ ਜ਼ਿਆਦਾ ਦੱਸਣਾ ਵੀ ਨਹੀਂ ਚਾਹੁੰਦਾ, ਹਾਲਾਂਕਿ ਪਤਾ ਲੱਗ ਗਿਆ ਸੀ, ਹੈ ਨਾ, ਤੇ ਕੀ ਚੱਲ ਰਿਹਾ ਸੀ। ਮੈਂ ਵਾਪਸ ਆਇਆ ਸੁਖਦੇਵ ਦੇ ਢਾਬੇ 'ਤੇ, ਉੱਥੇ ਆ ਕੇ ਮੈਂ ਲਾਈਵ ਕੀਤਾ, ਉੱਥੇ ਮੇਰੇ 'ਤੇ ਅਟੈਕ ਕੀਤਾ। ਹੁਣ ਜਾਂ ਤਾਂ ਮੈਂ ਲੜਦਾ ਇਕੱਲਾ ਉਹਨਾਂ ਨਾਲ,
ਲੜਦਾ ਫਿਰ ਉਹੀ ਗਾਲੋ ਗਾਲੀ ਹੋਣਾ ਸੀ ਹਨਾ, ਜਾਂ ਮੇਰੇ ਪੈਣੀਆਂ ਸੀ ਜਾਂ ਮੈਂ ਮਾਰਦਾ। ਮੈਂ ਬਹੁਤ ਚੀੜਾ ਇਸ ਮਾਮਲੇ 'ਚ, ਲੜਨ ਲੁੜਨ ਤੋਂ ਨਹੀਂ ਮੈਂ ਡਰਦਾ, ਸੱਚੀ ਮੈਂ ਬਹੁਤ ਚੀੜਾ। ਪਰ ਗੱਲ ਇਹ ਹੈ ਜਦੋਂ ਤੁਸੀਂ ਪਬਲਿਕ ਪਰਸਨੈਲਿਟੀ ਬਣ ਜਾਂਦੇ ਹੋ ਨਾ, ਫਿਰ ਤੁਹਾਡਾ ਕੋਈ ਮੰਨ ਲਓ ਤੁਹਾਡਾ ਐਂ ਹੱਥ ਵੀ ਪਾ ਗਿਆ, ਉਹ ਬੇਇੱਜ਼ਤੀ ਆ। ਉਹਨੇ ਖਬਰ ਨੇ ਐਂ ਹੀ ਲੱਗਣਾ ਵੀ ਦੇਖੋ ਦੀਪ ਸਿੱਧੂ ਦਾ ਕਾਲਰ ਫੜ ਲਿਆ ਬਾਈ, ਦੀਪ ਸਿੱਧੂ ਨੂੰ ਮਧੋਲਤਾ, ਦੀਪ ਸਿੱਧੂ ਦੇ ਕੱਪੜੇ ਫਾੜਤੇ। ਉਹਨੇ ਦੂਜੇ ਦੇ ਪੱਖ 'ਚ ਥੋੜ੍ਹੀ ਲੱਗਣੀ ਆ ਖਬਰ ਵੀ ਦੀਪ ਸਿੱਧੂ ਦਾ ਉਹਨੇ ਕਾਲਰ ਫੜਿਆ ਤਾਂ ਦੀਪ ਸਿੱਧੂ ਨੇ ਉਹਦੀ ਬੰਪਲੀ ਬਣਾਤੀ ਕੁੱਟ-ਕੁੱਟ ਕੇ। ਇਹ ਨਹੀਂ ਕਿਸੇ ਨੇ ਕਹਿਣਾ। ਔਰ ਕੁੱਟ-ਕੁੱਟ ਕੇ ਜੇ ਬਣਾਉਣਾ ਉੱਥੇ ਪੰਜਾਬੀਆਂ ਨੇ 10 ਗਾਲਾਂ ਵੀ ਕੱਢਣੀਆਂ, ਫਿਰ ਜਾਂ ਤਾਂ ਉਹ ਮਾਹੌਲ ਕ੍ਰੀਏਟ ਕਰਤਾ। ਅੱਛਾ, ਉੱਥੇ ਜਿਹੜੇ ਬੰਦੇ ਸੀਗੇ ਕੁਛ, ਉਹਨਾਂ ਨੇ ਮੈਨੂੰ ਕਿਹਾ ਬਾਈ ਤੂੰ ਨਿਕਲ ਜਾ ਯਾਰ ਇਹਨਾਂ ਦੇ। ਹਾਂ, ਤੇ ਫਿਰ ਮੈਂ ਉੱਥੋਂ ਨਿਕਲਿਆ ਕਿਸੇ ਦਾ ਮੋਟਰਸਾਈਕਲ ਜਾਂਦੇ ਜਾਂਦੇ ਫੜਿਆ, ਉਹਨੇ ਮੋਟਰਸਾਈਕਲ ਵੀ ਦੇਤਾ, ਉਹ ਮੋਟਰਸਾਈਕਲ ਲੈ ਕੇ ਫਿਰ ਮੈਂ ਉੱਥੋਂ ਨਿਕਲ ਗਿਆ। ਪਰ ਉਹਨੂੰ ਪ੍ਰੈਜ਼ੈਂਟ ਬੜੇ ਵੱਖਰੇ ਢੰਗ 'ਚ ਕੀਤਾ ਗਿਆ। ਸਿੱਧੂ ਸਾਹਿਬ, ਇਸ ਤਰ੍ਹਾਂ ਦਾ ਤੁਹਾਡਾ ਅੱਗੇ ਤਜਰਬਾ ਨਹੀਂ ਰਿਹਾ ਹੋਣਾ, ਫਿਲਮਾਂ ਤਾਂ ਸ਼ੂਟਿੰਗ ਹੁੰਦੀ ਹੈ, ਇੱਦੋਂ ਜਦੋਂ ਤੁਸੀਂ ਚਲੇ ਗਏ ਪੁਲਿਸ ਮਗਰ ਲੱਗ ਗਈ ਹੈ, ਲੱਭ ਰਹੀ ਸੀ ਪੁਲਿਸ, ਇਨਾਮ ਵੀ ਰੱਖਿਆ ਗਿਆ, ਕਿਸ ਤਰ੍ਹਾਂ ਦੇ ਰਹੇ ਉਹ ਦਿਨ, ਕਿੱਥੇ ਕਿੱਥੇ ਗੁਜ਼ਾਰਨੇ ਪੈ ਗਏ? ਉਹ ਦਿਨ ਤਾਂ ਖੇਤਾਂ 'ਚ, ਕੋਠਿਆਂ 'ਚ, ਤੇ ਮਤਲਬ ਰਾਹਾਂ 'ਤੇ ਹੀ ਸੀ ਹਨਾ, ਸੜਕਾਂ 'ਤੇ ਹੀ ਸੀ, ਕਾਰਾਂ 'ਚ ਸੌਂ ਜਾਂਦੇ ਸੀ। ਤੇ ਉਹ ਅੰਡਰਗਰਾਊਂਡ ਸੀ ਜਦੋਂ ਉਹਨਾਂ ਦਿਨਾਂ 'ਚ, ਤੇ ਉਹ ਦਿਨ ਬੜੇ ਔਖੇ ਜਿਹੇ ਸੀ ਕਿਉਂਕਿ ਕੋਈ ਨਾਲ ਨਹੀਂ ਸੀ, ਵਿਰੋਧ ਬਹੁਤ ਹੋ ਰਿਹਾ ਸੀ ਹਨਾ। ਇਹ ਨਹੀਂ ਪਤਾ ਸੀ ਚੱਲ ਕੀ ਰਿਹਾ ਕੁਛ, ਬਿਕਾਜ਼ ਇੱਕ ਬੜੀ ਕੌਨਸਪੀਰੇਸੀ ਜੀ ਮੇਰੇ ਅਗੇਂਸਟ ਕਰ ਦਿੱਤੀ ਗਈ ਸੀ। ਪਰ ਹੌਲੀ ਹੌਲੀ ਪ੍ਰਮਾਤਮਾ ਨੇ ਬਦਲਤਾ ਸਭ ਕੁਛ ਹੀ। ਹਾਂਜੀ। ਬਟ ਪੰਜਾਬ ਦੇ ਵਿੱਚ ਹੀ ਰਹੇ, ਹਰਿਆਣਾ ਜਾਂ ਬਿਹਾਰ ਤੱਕ ਤੁਸੀਂ ਸਫ਼ਰ ਕੀਤਾ? ਪੰਜਾਬ, ਸਿਰਫ ਪੰਜਾਬ 'ਚ। ਹਾਂਜੀ, ਪੰਜਾਬ ਦੇ ਵਿੱਚ ਲੋਕਾਂ ਨੇ ਸਾਥ ਦਿੱਤਾ? ਪੰਜਾਬ 'ਚ ਬਈ ਮੈਂ ਉਦੋਂ ਸਾਹਮਣੇ ਕਿਹਦੇ ਆਉਂਦਾ, ਜਿਹਦੇ ਆਇਆ ਉਹਨਾਂ ਨੇ ਸਾਥ ਦਿੱਤਾ ਹਨਾ। ਤੇ ਪਰ ਕਈਆਂ ਤੋਂ ਜਿਨ੍ਹਾਂ ਤੋਂ ਐਕਸਪੈਕਟ ਕੀਤਾ ਸੀ ਉਹਨਾਂ ਨੇ ਨਹੀਂ ਸਾਥ ਦਿੱਤਾ। ਸੱਚੇ ਦੋਸਤ ਨਹੀਂ ਕੰਮ ਆਏ ਹਨ, ਨਵੇਂ ਦੋਸਤ ਕੰਮ ਆ ਗਏ। ਨਵੇਂ ਜਿਹੜੇ ਬੰਦੇ ਸੀ ਅਨਐਕਸਪੈਕਟਡ, ਕਈ ਰੱਬੀ ਰੂਹਾਂ ਸੀ, ਉਹ ਕੰਮ ਆ ਗਈਆਂ। ਇੱਕ ਹੋਰ ਗੱਲ ਸੁਣਨ ਦੇ ਵਿੱਚ ਆ ਰਹੀ ਸੀ, ਸ਼ਾਇਦ ਅਫਵਾਹ ਹੋ ਸਕਦੀ ਹੈ, ਕਿ ਤੁਸੀਂ ਜਿਹੜੇ ਨੰਬਰ ਯੂਜ਼ ਕਰਦੇ ਸੀ ਉਦੋਂ ਲਾਈਵ ਹੁੰਦੇ ਸੀ, ਜਾਂ ਉਹ ਨੰਬਰ ਕੁਝ ਇਸ ਤਰ੍ਹਾਂ ਦੇ ਸੀ ਜਿਹੜੇ ਬਾਹਰ ਦੇ ਲੋਕ ਜਾਂ ਕੋਈ ਇਸ ਤਰ੍ਹਾਂ ਦੀ ਗਲਤ ਆਨਸਰ ਹੈ ਉਹ ਯੂਜ਼ ਕਰਦੇ ਸੀ? ਗਲਤ ਆਨਸਰ ਕੋਈ ਨਹੀਂ ਯੂਜ਼ ਕਰਦਾ ਸੀ। ਮੈਂ ਆਪਦਾ ਵੀਡੀਓ ਬਣਾ ਕੇ ਬਾਹਰ ਭੇਜ ਦਿੰਦਾ ਹੁੰਦਾ ਸੀ, ਮੇਰਾ ਪਰਿਵਾਰ ਆ ਬਾਹਰ ਹਨਾ, ਉਹਨਾਂ ਨੂੰ ਭੇਜਦਾ ਸੀ, ਉਹ ਉੱਥੋਂ ਅਪਲੋਡ ਕਰ ਦਿੰਦੇ ਹੁੰਦੇ ਸੀ। ਤਾਂ ਪਰ ਉਹ ਗੱਲ ਕਿਸੇ ਹੋਰ ਢੰਗ 'ਚ ਫੈਲਾਈ ਗਈ ਵੀ ਦੇਖੋ ਦੀਪ ਸਿੱਧੂ ਤਾਂ ਬਾਹਰ ਭੇਜਦਾ, ਉੱਥੇ ਕੋਈ ਗਲਤ ਆਨਸਰ ਆ ਉਹ ਯੂਜ਼ ਕਰਦੇ ਆ। ਇਹ ਤਾਂ ਬਾਈ ਜਦੋਂ ਇੱਕ ਤੁਹਾਡੇ ਖਿਲਾਫ ਨੈਰੇਟਿਵ ਬਿਲਡ ਕਰਨਾ ਹੋਵੇ ਨਾ, ਔਰ ਉਹ ਕਿਤੋਂ ਚੱਲ ਰਿਹਾ ਹੁੰਦਾ, ਇਹ ਨਹੀਂ ਵੀ ਇਹ ਉਹੀ ਹੋ ਰਿਹਾ ਹੁੰਦਾ, ਇਹਦੇ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਹੁੰਦੀ ਆ ਕਿਸੇ ਬੰਦੇ ਦੇ ਅਗੇਂਸਟ ਇੱਕ ਨੈਰੇਟਿਵ ਬਿਲਡ ਕਰਨਾ। ਇਹ ਉੱਥੋਂ ਹੋ ਰਹੀਆਂ ਸੀ ਸਾਰੀਆਂ ਗੱਲਾਂ। ਪਰਿਵਾਰ ਦਾ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਭੱਜ ਰਹੇ ਸੀ ਜਾਂ ਜੇਲ੍ਹ 'ਚ ਰਹੇ? ਪਰਿਵਾਰ ਨੇ ਬਹੁਤ ਸਾਥ ਦਿੱਤਾ, ਹੋਰ ਜਿਹੜੇ ਕੁਝ ਬੰਦੇ ਆਪਦੇ ਸੀ ਉਹਨਾਂ ਨੇ ਬੜਾ ਸਾਥ ਦਿੱਤਾ, ਪਰ ਬਹੁਤ ਬੰਦੇ ਭੱਜ ਗਏ। ਹਾਂ, ਜਿਹੜੇ ਉਹ ਕਹਿੰਦੇ ਸੀ ਤੇਰੇ ਗਮ ਕੋ ਜਾਂ ਕੀ ਤਲਾਸ਼ ਥੀ, ਤੇਰੇ ਜਾਨੇ ਸਾਰ ਚਲੇ ਗਏ ਸਰ, तेरे गम को जहाँ की तलाश थी, तेरे जाने सार चले गए, तेरी राह में करते थे सर तलब, सरे राह गुजर चले गए। ਉਸ ਵਕਤ ਤੁਹਾਡੇ ਨਾਲ ਲੱਖਾ ਸਦਾਨਾ ਵੀ ਸੀ, ਲੱਖਾ ਸਦਾਨਾ ਦਾ ਵੀ ਇੱਕ ਐਪੀਸੋਡ ਸੀਗਾ ਕਿ ਉਹ ਵੀ ਉਸ ਵਕਤ ਇਸ ਤਰ੍ਹਾਂ ਯੂਥ ਦੇ ਨਾਲ ਸੀਗੇ, ਯੂਥ ਨੂੰ ਪ੍ਰੈਜ਼ੈਂਟ ਕਰ ਰਹੇ ਸੀਗੇ, ਉਹਨਾਂ ਦਾ ਇੱਕ ਵੱਖਰਾ ਰਿਹਾ, ਉਹ ਅਲੱਗ ਚਲੇ ਗਏ। ਉਹ ਤਾਂ ਨਹੀਂ ਫਿਰ ਬਾਅਦ ਦੇ ਵਿੱਚ ਮਿਲੇ ਤੁਹਾਨੂੰ? ਨਹੀਂ, ਉਹ ਨਹੀਂ ਮਿਲੇ ਜੀ, ਉਹਨਾਂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਕਿਉਂਕਿ ਉਹਨਾਂ ਤੇ ਵੀ ਕੇਸ ਆ ਹੈ ਨਾ, ਉਹਨਾਂ ਤੇ ਵੀ ਇਨਾਮ ਰੱਖਤਾ, ਤੇ ਉਹ ਵੀ ਉਸੇ ਮੇਰੇ ਖਿਆਲ 'ਚ ਦੌਰ 'ਚੋਂ ਗੁਜ਼ਰ ਰਹੇ ਆ ਜਿਹਦੇ 'ਚ ਮੈਂ ਲੰਘ ਚੁੱਕਿਆ ਹੁਣ। ਹਾਂ, ਹਾਂਜੀ। ਜਿਸ ਤਰ੍ਹਾਂ ਕਿ ਹੁਣ ਗੱਲ ਕੀਤੀ ਜਾ ਰਹੀ ਸੀ ਕਿ ਦੀਪ ਸਿੱਧੂ ਤਾਂ ਸਾਰਾ ਕੁਝ ਐਮਐਲਏ ਟਿਕਟ ਵਾਸਤੇ ਕਰਦਾ ਜਾਂ ਰਾਜਨੀਤੀ ਵਾਸਤੇ ਕਰਦਾ, ਕੀ ਸੋਚਦੇ ਹੋ ਰਾਜਨੀਤੀ ਦੇ ਵਿੱਚ ਜਾਣ ਦੀ? ਕੋਈ ਪਾਰਟੀ ਦੀ ਟਿਕਟ ਤੁਸੀਂ ਦੱਸੋ, ਆਪਾਂ ਜਿੱਤ ਖੜੇ ਹੋ ਜਾਈਏ ਤਾਂ ਹਾਰਾਂਗੇ? ਨਹੀਂ, ਫਿਰ ਇਹ ਕੋਈ ਗੱਲ ਨਹੀਂ ਹੁੰਦੀ ਬਾਈ। ਗੱਲ ਆਏ ਆ ਵੀ ਜੇ ਕੋਈ ਕਰਦਾ ਵੀ ਆ, ਕੋਈ ਗਲਤ ਗੱਲ ਆ, ਉਹ ਇਹ ਵੀ ਗੱਲ ਨਹੀਂ। ਹਾਂ, ਦੇਖੋ ਲੋਕਤੰਤਰ ਹੈ, ਸਾਰਿਆਂ ਨੂੰ ਲੜਨ ਦਾ ਵੀ ਹੱਕ ਹੈ ਆਪਣੇ ਹੱਕਾਂ। ਤੇ ਜੇ ਕੋਈ ਬੰਦਾ ਕੰਮ ਕਰ ਰਿਹਾ ਕਿਤੇ ਤੇ ਕੱਲ ਨੂੰ ਉਹ ਮੰਨ ਲਓ ਕਿਤੇ ਜਾ ਕੇ ਕੁਛ ਕੁਛ ਨੇਤਾ ਬਣਦਾ, ਕੁਛ ਖੜਾ ਹੁੰਦਾ, ਕੁਛ ਗਲਤ ਨਹੀਂ ਆ ਉਹਦੇ 'ਚ। ਆਪਾਂ ਹਮੇਸ਼ਾ ਜ਼ਿੰਦਗੀ 'ਚ, ਤੁਸੀਂ ਵੀ ਕੰਮ ਕਰਦੇ ਹੋ ਬਾਈ, ਤੁਸੀਂ ਚਾਹੁੰਦੇ ਨਹੀਂ ਵੀ ਲੋਕ ਤੁਹਾਨੂੰ ਪਿਆਰ ਦੇਣ, ਤੁਹਾਡੇ ਕੰਮ ਨੂੰ ਸਰਾਹੁਣ। ਹਿਊਮਨ ਟੈਂਡੈਂਸੀ ਹੈ ਯਾਰ, ਇਹਦੇ 'ਚ ਕੀ ਗੱਲ ਆ? ਪਰ ਇਹਨੂੰ ਪ੍ਰੈਜ਼ੈਂਟ ਦੇਖੋ ਕਿਵੇਂ ਕੀਤੀ ਜਾਂਦੀ ਹੈ ਗੱਲ। ਇਹ ਸਾਡੀ ਸਾਰਿਆਂ ਦੀ ਇਹ ਹੁੰਦੀ ਆ। ਦੀਪ ਸਿੱਧੂ ਵੀ ਇੱਕ ਇਨਸਾਨ ਆ ਵੀ ਜੇ ਕੋਈ ਚੰਗਾ ਕੰਮ ਕਰੀਏ, ਸਾਨੂੰ ਸ਼ਾਬਾਸ਼ੀ ਮਿਲੇ, ਸਰਾਹਨਾ ਹੋਵੇ ਉਸ ਕੰਮ ਦੀ ਹੈ ਨਾ, ਸਾਨੂੰ ਲੋਕ ਪਿਆਰ ਦੇਣ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਇਹਦੇ ਲਈ ਬੜਾ ਕੁਝ ਕੀਤਾ ਜਾਂਦਾ, ਉਹ ਆਪਾਂ ਸਾਰੇ ਹੀ ਕਰਦੇ ਹਾਂ। ਮਤਲਬ ਰਾਜਨੀਤੀ ਤੁਸੀਂ ਜਾਓਗੇ, ਕੋਈ ਪਾਰਟੀ ਸੋਚੀ ਹੈ ਜਾਂ ਕੋਈ ਆਪਣਾ ਹੀ ਸੋਚ ਰਹੇ ਹੋ? ਕੁਛ ਨਹੀਂ ਸੋਚਿਆ, ਇਟਸ ਟੂ अर्ਲੀ। ਪਰ ਆਪਾਂ ਰਾਜਨੀਤੀ ਉਹ ਕਰੀ ਜਾਂਦੇ ਹਾਂ, ਪਰ ਆਪਾਂ ਕੌਨਫਲਿਕਟ ਪੋਲੀਟਿਕਸ ਕਰ ਰਹੇ ਹਾਂ। ਮੇਨ ਸਟ੍ਰੀਮ ਪੋਲੀਟਿਕਸ ਨਹੀਂ ਆ ਇਹ, ਹੈ ਨਾ। ਇਹ ਇਨ ਅ ਵੇ ਕੌਨਫਲਿਕਟ ਪੋਲੀਟਿਕਸ ਆ। ਕੌਨਫਲਿਕਟ ਪੋਲੀਟਿਕਸ ਬੜੀ ਔਖੀ ਹੁੰਦੀ ਹੈ, ਰਾਹ ਬੜਾ ਔਖਾ ਹੁੰਦਾ, ਆਪਾਂ ਚੱਲ ਰਹੇ ਹਾਂ।
ਮਤਲਬ ਤੁਹਾਡੇ ਸਾਹਮਣੇ ਤਾਂ ਇੱਕ ਪੂਰੀ ਦੀ ਪੂਰੀ ਕਹਾਣੀ ਫਿਲਮਾਈ ਗਈ ਆ, ਤੁਸੀਂ ਉਸ ਨੂੰ ਕਿਰਦਾਰ ਨੂੰ ਹੀ ਜੀ ਲਿਆ, ਜਿਸ ਤਰ੍ਹਾਂ ਕਿ ਤੁਸੀਂ ਸਟੋਰੀਆਂ ਨੂੰ ਜੀ ਰਹੇ ਸੀ, ਕਰੈਕਟਰਾਂ ਨੂੰ ਜੀ ਰਹੇ ਸੀ, ਉਸੇ ਤਰ੍ਹਾਂ ਤੁਹਾਨੂੰ ਇੱਕ ਕਰੈਕਟਰ ਹੀ ਜੀਣਾ ਪੈ ਗਿਆ। ਉਹ ਦਿਨ ਜਿਹੜੇ ਜੇਲ੍ਹਾਂ ਦੇ ਵਿੱਚ ਕੱਟਣੇ ਪੈ ਗਏ, ਔਰ ਜਿਹੜਾ ਸੰਘਰਸ਼ ਦੇ ਨਾਲ ਤੁਸੀਂ ਜੁੜੇ ਸੀ ਉੱਥੋਂ ਗੱਦਾਰ ਤੱਕ ਸੁਣਨਾ ਪੈ ਗਿਆ। ਬਾਅਦ ਦੇ ਵਿੱਚ ਹੁਣ ਅਗਰ ਸੰਯੁਕਤ ਮੋਰਚਾ ਫਿਰ ਤੁਹਾਡੀ ਪਿੱਠ ਤੇ ਹੱਥ ਰੱਖਦਾ, ਤੁਹਾਡੇ ਨਾਲ ਜੁੜਦਾ, ਤੇ ਤੁਸੀਂ ਕੀ ਸੋਚਦੇ ਹੋ, ਫਿਰ ਉਹੀ ਸਟੇਜਾਂ ਤੋਂ ਗਰਜੋਗੇ? ਭਾਈ ਮੈਂ ਹੁਣ ਵੀ ਗਰਜਦਾ ਉਹਨਾਂ ਦਾ, ਆਪਾਂ ਉਹਨਾਂ ਦੇ ਸਿਪਾਹੀ ਆ, ਸੋਲਜਰ ਆ। ਜਦੋਂ ਮੈਨੂੰ ਹੁਕਮ ਲਾਉਣਗੇ ਆਪਾਂ ਨਾਲ ਆ, ਪਹਿਲਾਂ ਵੀ ਨਾਲ ਸੀ, ਉਹ ਕੋਈ ਗੱਲ ਨਹੀਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਵੱਲੋਂ, ਕਿਉਂਕਿ ਹਰੇਕ ਦੇ ਮਨ ਦੇ ਵਿੱਚ, ਕਈਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਦੁੱਖ ਵੀ ਹੈ ਕਿ ਜਿਸ ਵਿਅਕਤੀ ਨੂੰ ਅਸੀਂ ਹੀਰੋ ਮੰਨਦੇ ਹਾਂ ਜਾਂ ਉਸ ਨੂੰ ਫੋਲੋ ਕਰਦੇ ਹਾਂ, ਉਸ ਨੂੰ ਇੰਨੇ ਤਸੀਹੇ ਝੱਲਣੇ ਪਏ। ਲੋਕਾਂ ਦੇ ਵਿੱਚ ਮਾਯੂਸੀ ਵੀ ਹੋ ਸਕਦੀ ਇਸ ਗੱਲ ਨੂੰ ਲੈ ਕੇ, ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਹੌਸਲਾ ਦਿੰਦੇ ਹੋ? ਨਹੀਂ ਨਹੀਂ, ਮਾਯੂਸ ਨਾ ਹੋਣ ਇਸ ਗੱਲ ਤੋਂ, ਕਿਉਂਕਿ ਸਾਡਾ ਤਾਂ ਇਤਿਹਾਸ ਹੀ ਇਹ ਆ। ਮੈਂ ਤਾਂ ਕੁਝ ਵੀ ਨਹੀਂ ਝੱਲਿਆ, ਤੁਸੀਂ ਆਪਣਾ ਇਤਿਹਾਸ ਚੱਕ ਲਓ। ਸਾਡੇ ਤਾਂ ਚਰਖੜੀਆਂ ਤੇ ਚੜਾਏ ਗਏ ਆ, ਤੱਤੀਆਂ ਤਵੀਆਂ ਤੇ ਬੈਠੇ ਆ, ਬੰਦ ਕਟਾਏ ਗਏ ਆ, ਆਰਿਆਂ ਤੇ ਚੜੇ ਆ, ਤੇ ਤੁਸੀਂ ਦੇਖ ਲਓ ਤੇਗਾਂ ਤੇ, ਤਵੀਆਂ ਤੇ, ਛਵੀਆਂ ਤੇ, ਹਨਾ, ਕਿੱਥੇ ਕਿੱਥੇ ਨਹੀਂ ਚੜੇ। ਉਹ ਤਾਂ ਬੜਾ ਕੁਝ ਝੱਲਿਆ ਉਹਨਾਂ ਲੋਕਾਂ ਨੇ। ਅਸੀਂ ਉਹ ਸਾਡੇ ਅੰਦਰ ਉਹ ਅਕੀਦਾ, ਹਨਾ, ਇਹ ਕਾਲ ਕੋਠੜੀਆਂ ਜਾਂ ਇਹ 4x ਜਾਂ 3x6 ਦੇ ਸੈੱਲ ਸਾਨੂੰ ਕਿਵੇਂ ਡਰਾ ਸਕਦੇ ਆ? ਇਹ ਸਾਡੇ ਤਾਂ ਦ੍ਰਿੜਤਾ ਹੋਰ ਮਜ਼ਬੂਤ ਕਰ ਦਿੰਦੇ ਆ। ਇਹ ਵੀ ਸਾਨੂੰ ਸਿਖਾ ਦਿੰਦੇ ਆ ਵੀ ਹੁਣ ਤਾਂ ਜੇਲਾਂ ਵੀ ਉਹ ਵੀ ਡਰ ਨਿਕਲ ਗਏ ਸਾਡੇ ਅੰਦਰੋਂ। ਸੋ ਮਾਯੂਸ ਨਾ ਹੋਣ, ਚੜ੍ਹਦੀ ਕਲਾ 'ਚ ਰਹਿਣ। ਸਾਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ, ਹਨਾ, 10ਵੇਂ ਪਾਤਸ਼ਾਹ ਨੇ ਦਿੱਤੀ ਉਹੀ ਚੜ੍ਹਦੀ ਕਲਾ, ਬਸ ਚੜ੍ਹਦੀ ਕਲਾ। ਸੋ ਦੀਪ ਸਿੱਧੂ ਦਾ ਕਹਿਣਾ ਕਿ ਬਾਕੀ ਸਾਰੀਆਂ ਗੱਲਾਂ ਠੀਕ ਸੀਗੀਆਂ, ਬਸ ਇੱਕੋ ਗੱਲ ਦੀ ਟੀਸ ਮਨ ਦੇ ਵਿੱਚ ਰਹੀ ਕਿ ਜਿਹੜੇ ਲੋਕ ਉਹਨਾਂ ਦੇ ਆਪਣੇ ਸੀ ਉਹਨਾਂ ਨੇ ਸਹੀ ਵਕਤ ਤੇ ਉਹਨਾਂ ਦਾ ਸਾਥ ਨਹੀਂ ਦਿੱਤਾ। ਬਾਕੀ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਹੁਣ ਵੀ ਦੇਖ ਸਕਦੇ ਹੋ, ਇਹਨਾਂ ਨੇ ਕਿਹਾ ਕਿ ਇਹ ਜੇਲ੍ਹਾਂ ਨੇ ਤਾਂ ਮੇਰੇ ਹੌਸਲੇ ਹੋਰ ਵੀ ਬੁਲੰਦ ਕਰ ਦਿੱਤੇ ਆ, ਚਾਹੇ ਜਿੰਨੇ ਮਰਜ਼ੀ ਤਸੀਹੇ ਚੱਲਣੇ ਪਏ। ਕਿਉਂਕਿ ਤੁਹਾਡੀ ਇੱਕ ਇੰਟਰਵਿਊ ਦੇ ਵਿੱਚ ਵੀ ਸੁਣਿਆ ਕਿ ਕਈ ਰਾਤਾਂ ਦੇ ਵਿੱਚ ਸੌਣ ਨੂੰ ਨਹੀਂ ਮਿਲਿਆ। ਮੈਂ ਤੁਹਾਡੇ ਇੱਕ ਫਰੈਂਡ ਦੀ ਇੰਟਰਵਿਊ ਕੀਤੀ, ਉਹਨਾਂ ਨੇ ਵੀ ਦੱਸਿਆ ਵੀ ਕਾਫੀ ਦਿੱਕਤ ਹੋ ਰਹੀ ਸੀਗੀ ਜਦੋਂ ਤੁਸੀਂ ਰਹੇ, ਕਿਉਂਕਿ ਤੁਸੀਂ ਤਾਂ ਪਹੁੰਚੇ ਹੀ 2 ਵਜੇ ਸੀ, ਕਹਿੰਦੇ 11-12 ਵਜੇ ਤਾਂ ਉੱਠੇ ਹੀ ਸੀਗੇ। ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਸੀਗੀ? ਹਾਂਜੀ, ਜਦੋਂ ਆਏ ਸੀ ਨਾ 2 ਵਜੇ ਪਹੁੰਚਿਆ, 26 ਤਰੀਕ ਨੂੰ ਪੌਣੇ 11 ਵਜੇ ਉੱਠੇ ਸੀ ਉੱਥੇ ਲਾਲ ਕਿਲੇ ਤੇ 2 ਵਜੇ ਪਹੁੰਚੇ। ਪਰ ਹਾਂ, ਇਹ ਗੱਲ ਜਿਹੜਾ ਇੰਟੈਰੋਗੇਸ਼ਨ ਦੇ ਦੌਰਾਨ ਉਹਨਾਂ ਨੇ ਬੜਾ ਮੈਂਟਲ ਟਾਰਚਰ ਤਾਂ ਹੁੰਦਾ ਹੀ ਆ ਬਾਈ, ਉਹ ਤਾਂ ਕਰਦੇ ਵੀ ਆ, ਤੇ ਤੁਹਾਨੂੰ ਉਹਦੇ ਲਈ ਪ੍ਰਿਪੇਅਰਡ ਵੀ ਰਹਿਣਾ ਪੈਂਦਾ। ਫਿਰ ਜੇਲ੍ਹ ਐਸ ਸੱਚ ਹੀ ਉੱਥੋਂ ਦਾ ਮਾਹੌਲ ਹੀ ਇੱਕ ਵੱਖਰਾ ਹੁੰਦਾ। ਇੱਕ ਵਾਰੀ ਤੁਹਾਨੂੰ ਸ਼ੌਕ ਮਿਲਦਾ ਜਾ ਕੇ, ਹੈ ਨਾ, ਜਿਸ ਤਰ੍ਹਾਂ ਆਪਾਂ ਘਰੇ ਰੋਟੀਆਂ ਖਾਂਦੇ ਆ ਜਾਂ ਇੱਥੇ ਆਪਣਾ ਹੋਰ ਵੀ ਆਜ਼ਾਦੀ ਆ, ਸਭ ਕੁਝ। ਐਂਡ ਦ ਵੇ ਦੇ ਟਰੀਟ ਯੂ, ਉਹ ਲਿਟਰਲੀ ਉੱਥੇ, ਚਲੋ ਮੇਰੇ ਤੇ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਰਹੀ, ਪਰ ਬਹੁਤ ਬੰਦਿਆਂ ਨੂੰ ਆਮ ਤੌਰ ਤੇ ਉੱਥੇ ਜਾਨਵਰਾਂ ਤੋਂ ਵੱਧ ਜਿਹੜਾ ਬੱਤਰ ਸਲੂਕ ਕਰਦੇ ਆ ਯਾਰ, ਹੈ ਨਾ, ਉਹਨਾਂ ਨੂੰ ਹਿਊਮਨ ਬੀਇੰਗਸ ਹੀ ਨਹੀਂ ਸਮਝਦੇ। ਸੋ ਇਹ ਗੱਲਾਂ ਡਿਸਟਰਬ ਕਰਦੀਆਂ ਤੁਹਾਨੂੰ। ਤੁਸੀਂ ਉਹਨਾਂ ਨੂੰ, ਉਹਨਾਂ ਦੇ ਅੰਦਰ ਆਜ਼ਾਦੀ ਦੀ, ਬਾਹਰ ਆਉਣ ਦੀ ਜਿਹੜੀ ਇੱਕ ਸਟਰਗਲ ਹੁੰਦੀ ਆ, ਜਾਂ ਉਹਨਾਂ ਦੇ ਅੰਦਰ ਇੱਕ ਐਸਪੀਰੇਸ਼ਨ ਹੁੰਦੀ ਆ, ਭਾਵਨਾ ਹੁੰਦੀ ਆ, ਉਹਨੂੰ ਖਤਮ ਕਰ ਦਿੱਤਾ ਜਾਂਦਾ। ਉਹਨੂੰ ਗੁਲਾਮ, ਤੂੰ ਗੁਲਾਮ ਆ, ਇਹ ਉਹਦੇ ਅੰਦਰ ਰਚ ਦਿੱਤੀ ਜਾਂਦੀ ਆ ਗੱਲ। ਉਦੋਂ ਬਾਅਦ ਉਹ ਤੋਂ ਜੋ ਮਰਜ਼ੀ ਕੰਮ ਕਰਾਉਂਦੇ ਆ। ਸੋ ਇਟਸ ਨਾਟ ਦੈਟ ਈਜ਼ੀ, ਇਟਸ ਵੈਰੀ ਡਿਫਿਕਲਟ। ਯਾ, ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਜੋ ਗੱਲਬਾਤ ਕੀਤੀ। ਤੁਸੀਂ ਦੇਖਿਆ ਕਿ ਹੁਣ ਵੀ ਕਹਿਣਾ ਇਹ ਹੈ ਕਿ ਅੱਜ ਵੀ ਮੈਂ ਆਪਣੇ ਕਿਸਾਨਾਂ ਦੇ ਨਾਲ ਹਾਂ, ਆਪਣੇ ਪੰਜਾਬ ਦੇ ਨਾਲ ਹਾਂ, ਪੰਜਾਬ ਦੇ ਹਿੱਤ ਦੇ ਵਿੱਚ ਹਾਂ। ਜੇਕਰ ਸੰਘਰਸ਼ ਮੋਰਚਾ ਇਹਨਾਂ ਨੂੰ ਸੰਯੁਕਤ ਕਿਸਾਨ ਸੰਘਰਸ਼ ਮੋਰਚਾ ਸੇਵਾ ਲਾਊਗਾ, ਉੱਥੇ ਵੀ ਤਿਆਰ ਖੜੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਨੁਰਾਗ ਸ਼ਰਮਾ ਲਈ ਪਟਿਆਲਾ ਤੋਂ।